ਹੈਲੋ ਵੈਲਕਮ ਟੂ ਆਲ ਆਫ ਯੂ। ਅੱਜ ਆਪਾਂ ਗੱਲ ਕਰਨੀ ਹੈਗੀ ਆ ਆਇਲਸ ਰਾਈਟਿੰਗ ਟਾਸਕ 2 ਦੀ। ਤਾਂ ਅੱਜ ਆਪਣੇ ਕੋਲ ਜਿਹੜੀ ਟਾਈਪ ਹੈਗੀ ਉਹ ਐਗਰੀ ਔਰ ਡਿਸਐਗਰੀ ਐਸੇ ਹੈਗਾ ਗਾ। ਤਾਂ ਆਪਣੇ ਕੋਲ ਟਾਸਕ 2 ਦੇ ਵਿੱਚ 8 ਟਾਈਪਸ ਹੁੰਦੀ ਆ। ਤਾਂ ਆਪਾਂ ਅੱਜ ਜਿਹੜਾ ਐਗਰੀ ਔਰ ਡਿਸਐਗਰੀ ਡਾਇਰੈਕਟ ਜਿਹੜਾ ਕੁਐਸਚਨ ਹੁੰਦਾ ਵਾ, ਠੀਕ ਆ, ਉਹਦੀ ਗੱਲ ਕਰਾਂਗੇ। ਇਸੇ ਐਗਰੀ ਔਰ ਡਿਸਐਗਰੀ ਵਿੱਚ ਇੱਕ ਆਪਣੇ ਕੋਲ ਟਾਈਪ ਹੁੰਦੀ ਹੈ ਟੂ ਵਟ ਐਕਸਟੈਂਡ ਡੂ ਯੂ ਐਗਰੀ ਔਰ ਡਿਸਐਗਰੀ, ਠੀਕ ਆ। ਉਹ 'ਚ ਆਪਾਂ ਐਕਸਟੈਂਡ ਵੀ ਦੱਸਣੀ ਹੁੰਦੀ ਵੀ, ਜਾਣੀ ਕਿ ਕਿਸ ਹੱਦ ਤੱਕ ਤੁਸੀਂ ਜਿਹੜਾ ਐਗਰੀ ਔਰ ਡਿਸਐਗਰੀ ਹੋ। ਅਤੇ ਜਿਹੜੇ ਆਪਣੇ ਕੋਲ ਸਿੰਪਲੀ ਐਗਰੀ ਔਰ ਡਿਸਐਗਰੀ ਆਵੇ ਉਹਦੇ ਵਿੱਚ ਕੋਈ ਨਹੀਂ ਦੱਸਣਾ ਹੁੰਦਾ, ਆਪਾਂ ਇੱਕ ਪਾਸੇ ਜਾਣਾ ਹੁੰਦਾ ਐਗਰੀ ਔਰ ਡਿਸਐਗਰੀ, ਠੀਕ ਆ। ਅਤੇ ਜੇ ਐਕਸਟੈਂਡ ਪੁੱਛੀਏ ਫਿਰ ਆਪਾਂ ਪਾਰਸ਼ਲੀ ਵੀ ਜਾ ਸਕਦੇ ਹਾਂ, ਕੰਪਲੀਟਲੀ ਵੀ ਜਾ ਸਕਦੇ ਹਾਂ, ਠੀਕ ਆ, ਅਪ ਟੂ ਲਾਰਜ ਐਕਸਟੈਂਟ ਵੀ ਜਾ ਸਕਦੇ ਹਾਂ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਓਵਰਆਲ, ਥੋੜ੍ਹਾ ਤੁਹਾਨੂੰ ਸਟਰਕਚਰ ਬਾਰੇ ਦੱਸਦੇ ਫਿਰ ਆਪਾਂ ਸੈਂਪਲ ਆਂਸਰ ਸਟਾਰਟ ਕਰਦੇ ਹਾਂ। ਤਾਂ ਜੇ ਓਵਰਆਲ ਸਟਰਕਚਰ ਦੀ ਗੱਲ ਕਰੀਏ, ਆਪਣੇ ਕੋਲ ਫਸਟ ਆਫ ਆਲ ਜਿਹੜਾ ਕਿ ਮਤਲਬ ਕਿ ਇੰਟਰੋ ਆਉਂਦੀ। ਇੰਟਰੋ 'ਚ ਦੋ ਚੀਜ਼ਾਂ ਹੁੰਦੀਆਂ, ਰੀਫਰੇਸ ਪਲੱਸ ਥੀਸਿਸ ਲਾਈਨ, ਠੀਕ ਆ। ਰੀਫਰੇਸ ਆਪਾਂ ਸੈਂਟੈਂਸ ਟੂ ਸੈਂਟੈਂਸ ਕਰਦੇ ਹੁੰਦੇ ਹਾਂ। ਤਾਂ ਆਪਣੇ ਕੋਲ ਜਿਹੜੀ ਥੀਸਿਸ ਲਾਈਨ ਹੈਗੀ ਆ ਉਹ ਆਪਣੇ ਕੋਲ ਜਿਹੜੀ ਕਲੀਅਰ ਦੱਸਦੀ ਹੋਵੇ ਕਿ ਆਪਾਂ ਜਿਹੜਾ ਕੀ ਐਗਰੀ, ਜਿੱਦਾਂ ਹੁਣ ਐਗਰੀ ਔਰ ਡਿਸਐਗਰੀ ਤੋਂ ਪਤਾ ਚੱਲਦਾ ਹੋਵੇ ਥੀਸਿਸ ਲਾਈਨ 'ਚ ਤੁਸੀਂ ਐਗਰੀ ਔਰ ਡਿਸਐਗਰੀ ਹੋ, ਠੀਕ ਹੈ। ਉਸ ਤੋਂ ਬਾਅਦ ਕੀ ਆ ਆਪਣੇ ਕੋਲ ਆ ਜਾਂਦਾ BP1। BP1 ਦੇ ਵਿੱਚ ਆਪਾਂ 5 ਜਿਹੜੇ ਪੁਆਇੰਟਸ ਫੋਲੋ ਕਰਦੇ ਹੁੰਦੇ ਉਹ ਕਿਹੜੇ ਆ। ਪਹਿਲਾਂ ਹੈਗੀ ਆਪਣੇ ਕੋਲ ਬੇਸਿਕ ਲਾਈਨ, ਦੈਨ ਟਾਸਕ ਸਟੇਟਮੈਂਟ, ਐਲੈਬੋਰੇਸ਼ਨ, ਐਗਜ਼ਾਮਪਲ ਐਂਡ ਰਿਜ਼ਲਟ। ਇਹੀ 5 ਪੁਆਇੰਟਸ ਆਪਾਂ ਜਿਹੜੇ ਫੋਲੋ ਕਰਨੀ ਹੁੰਦੀ ਹੈ BP2 ਦੇ ਵਿੱਚ, ਠੀਕ ਆ। ਤਾਂ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੁੰਦਾ ਗਾ, ਕਨਕਲੂਜਨ ਆ ਜਾਂਦਾ ਆਪਣੇ ਕੋਲ। ਤਾਂ ਉਹਦੇ ਵਿੱਚ ਆਪਾਂ ਐਸੇ ਦਾ ਓਵਰਆਲ ਦੇਣਾ ਹੁੰਦਾ। ਤਾਂ ਚਲੋ ਆਪਾਂ ਸਟਾਰਟ ਕਰਦੇ ਹੈਗੇ ਆ। ਆਪਣੇ ਕੋਲ ਕੀ ਹੈ, ਸਟੇਟਮੈਂਟ ਕੀ ਹੈਗੀ ਆ, when choosing a job the salary is most important consideration, do you agree or disagree, ਠੀਕ ਆ। ਤਾਂ ਇੱਕ ਲਾਈਨ ਦੇ ਵਿੱਚ ਆਪਾਂ ਨੂੰ ਉਹਨਾਂ ਨੇ ਪੁੱਛਿਆ ਹੈਗਾ ਕਿ when choosing a ਜੋਬ, ਠੀਕ ਆ, ਕੋਈ ਵੀ ਤੁਸੀਂ ਕੰਮ, ਠੀਕ ਆ, ਕੋਈ ਜੋਬ ਦੇਖਦੇ ਹੈਗੇ ਆ ਉਸ ਟਾਈਮ ਕੀ ਆ ਮੋਸਟ ਕੰਸੀਡਰ, ਇੱਕ ਮੇਨ ਪੁਆਇੰਟ ਕੀ ਹੈ ਜਿਹੜੀ ਚੀਜ਼ ਨੂੰ ਮਤਲਬ ਦੇਖਣਾ ਚਾਹੀਦਾ ਆਪਾਂ ਨੂੰ, ਉਹ ਕੀ ਹੈਗਾ ਗਾ, ਸੈਲਰੀ ਹੈਗੀ ਹੈ, ਠੀਕ ਆ। ਡੂ ਯੂ ਐਗਰੀ ਔਰ ਡਿਸਐਗਰੀ, ਜੇ ਤਾਂ ਤੁਸੀਂ ਕਹਿੰਦੇ ਆ ਕਿ ਹਾਂ ਸੈਲਰੀ ਹੀ ਦੇਖਣੀ ਚਾਹੀਦੀ ਆਪਾਂ ਨੂੰ, ਹੈ ਨਾ, ਵੀ ਕੋਈ ਵੀ ਕੰਮ ਦੇਖਿਆ ਤਾਂ ਬਸ ਉਹਦੀ ਸੈਲਰੀ ਦੇਖੋ, ਜੇ ਤੁਹਾਨੂੰ ਸੈਲਰੀ ਨਾਲ ਤੁਸੀਂ ਸੈਟਿਸਫਾਈਡ ਹੋ ਤਾਂ ਠੀਕ ਆ, ਫਿਰ ਤੁਸੀਂ ਕੰਮ ਕਰ ਲਓ। ਤਾਂ ਜੇ ਤੁਸੀਂ ਇਸ ਗੱਲ ਨਾਲ ਫਿਰ ਤੁਸੀਂ ਕੀ ਕਰੋਗੇ, ਐਸੇ ਦੇ ਨਾਲ ਐਗਰੀ ਹੋਵੋਗੇ, ਠੀਕ ਆ। ਜੇ ਤੁਸੀਂ ਕਹਿੰਦੇ ਨਹੀਂ ਸੈਲਰੀ ਨਹੀਂ ਜ਼ਿਆਦਾ ਇੰਪੋਰਟੈਂਟ, ਹੋਰ ਵੀ ਕੁਛ ਜਿਹੜੇ ਇੰਪੋਰਟੈਂਟ ਜਿਹੜੇ ਫੈਕਟ ਹੈਗੇ ਜਿਹੜੇ ਆਪਾਂ ਨੂੰ ਦੇਖਣੇ ਚਾਹੀਦੇ ਇੱਕ ਜੋਬ ਨੂੰ ਦੇਖਣ ਲਈ, ਤਾਂ ਤੁਸੀਂ ਕੀ ਕਰੋਗੇ, ਐਸੇ ਦੇ ਨਾਲ ਡਿਸਐਗਰੀ ਕਰੋਗੇ। ਜਿਹੜਾ ਐਗਰੀ ਔਰ ਡਿਸਐਗਰੀ ਆਪਣੇ ਕੋਲ ਪਾਰਟ ਹੈਗਾ, ਤੁਸੀਂ ਕੋਸ਼ਿਸ਼ ਕਰੋ ਕਿ ਇਹਦੇ ਵਿੱਚ ਪਾਰਸ਼ਲੀ ਨਾ ਜਾਓ, ਤੁਸੀਂ ਇੱਕ ਪਾਸੇ ਰਹੋ ਐਗਰੀ ਔਰ ਡਿਸਐਗਰੀ। ਜਿਹੜਾ ਵੀ ਤੁਹਾਨੂੰ ਜਿਹਦੇ ਪੁਆਇੰਟਸ ਦੋ ਆਉਂਦੇ ਹੈਗੇ ਆ ਤਾਂ ਤੁਸੀਂ ਉਸ ਸਾਈਡ ਹੋ ਜਾਓ, ਠੀਕ ਆ। ਤਾਂ ਇੱਕ ਮੇਨ ਗੱਲ ਆਪਾਂ ਸਟਾਰਟ ਕਰਨ ਤੋਂ ਪਹਿਲਾਂ, ਬੱਚੇ ਜਿਹੜੇ ਕਾਫੀ ਮੈਨੂੰ ਮਤਲਬ ਕਮੈਂਟਸ ਵੀ ਆਉਂਦੇ ਹੈਗੇ ਕਿ ਆਪਾਂ BP1 ਦੇ ਵਿੱਚ ਇੱਕ ਆਈਡੀਆ ਐਕਸਪਲੇਨ ਕਰਨਾ ਹੁੰਦਾ ਜਾਂ ਦੋ, ਠੀਕ ਆ। ਹਮੇਸ਼ਾ ਕੋਸ਼ਿਸ਼ ਕਰੋ, ਠੀਕ ਆ, ਮਤਲਬ ਕਿ ਤੁਸੀਂ ਆਈਡੀਆ ਇੱਕ ਚਾਹੇ ਐਲੈਬੋਰੇਟ ਕਰੋ, ਹੈ ਨਾ, ਪਰ ਉਹਨੂੰ ਪੂਰੀ ਤਰ੍ਹਾਂ ਕਰੋ, ਠੀਕ ਆ। ਜਾਣੀ ਕਿ ਇੱਕ ਆਈਡੀਆ ਹੋਵੇ ਉਹਦੀ ਚੰਗੀ ਤਰ੍ਹਾਂ ਐਲੈਬੋਰੇਸ਼ਨ ਕੀਤੀ ਹੋਵੇ ਤਾਂ ਇਨਫ ਆਪਣਾ, ਠੀਕ ਆ, ਗੁੱਡ ਸਕੋਰ ਲਈ। ਬਟ ਜੇ ਤੁਸੀਂ ਫਿਰ ਵੀ ਕਹਿੰਦੇ ਆ ਕਿ ਤੁਸੀਂ 2 ਆਈਡੀਆ ਐਡ ਕਰਨੇ ਆ ਤਾਂ ਤੁਹਾਨੂੰ ਮੈਂ ਕਨੈਕਟਰ ਦੱਸੇ ਹੈਗੇ ਆ ਜਿਹੜੇ ਬੱਚੇ ਕਾਫੀ ਟਾਈਮ ਤੋਂ ਫੋਲੋ ਕਰ ਰਹੇ ਆ, ਅਪਾਰਟ ਫਰੋਮ ਦਿਸ ਐਂਡ ਇਨ ਐਡੀਸ਼ਨ 2 ਕਨੈਕਟਰ ਆ, ਠੀਕ ਆ। ਤੁਸੀਂ ਦੋਨਾਂ 'ਚ ਜਿਹੜਾ ਵੀ ਯੂਜ਼ ਕਰਕੇ ਤੁਸੀਂ ਇਹ ਦੱਸ ਸਕਦੇ ਆ ਉਹ ਆਈਡੀਆ, ਠੀਕ ਆ। ਬਟ ਜਿਹੜੇ 5 ਪੁਆਇੰਟ ਦੱਸੇ ਆ ਮੈਂ BP ਦੇ ਵਿੱਚ, ਠੀਕ ਆ, ਟਾਸਕ ਸਟੇਟਮੈਂਟ, ਠੀਕ ਆ, ਬੇਸਿਕ ਲਾਈਨ, ਟਾਸਕ ਸਟੇਟਮੈਂਟ, ਐਲੈਬੋਰੇਸ਼ਨ, ਐਗਜ਼ਾਮਪਲ ਐਂਡ ਰਿਜ਼ਲਟ, ਇਹ ਤੁਸੀਂ ਫੋਲੋ ਕਰਨੇ ਹੀ ਹੈ। ਜਾਣੀ ਕਿ ਉਸ ਤੋਂ ਬਾਅਦ ਲਾਈਕ ਜਿੱਦਾਂ ਹੁਣ ਆਪਣੇ ਕੋਲ BP1 ਆ ਤਾਂ ਇੱਥੋਂ ਤੱਕ BP ਆਪਣਾ ਇੱਕ ਜਿਹੜਾ ਆਈਡੀਆ ਖਤਮ ਹੋ ਗਿਆ। ਉਸ ਤੋਂ ਬਾਅਦ ਤੁਸੀਂ ਕੀ ਕਰਨਾ, ਅਪਾਰਟ ਫਰੋਮ ਦਿਸ ਲੈ ਕੇ ਇੱਕ ਆਈਡੀਆ ਜਿਹੜਾ 2 ਲਾਈਨ ਦੇ ਵਿੱਚ ਕਰਨਾ, ਉਹਨੂੰ ਚੰਗੀ ਤਰ੍ਹਾਂ 5 ਪੁਆਇੰਟ ਲਿਖ ਕੇ ਨਹੀਂ ਐਕਸਪਲੇਨ ਕਰਨਾ। ਜਿਹੜਾ ਪਹਿਲਾਂ ਆਪਣੀ ਪਹਿਲੀ ਸਟੇਟਮੈਂਟ ਹੋਊਗੀ ਉਹਨੂੰ ਚੰਗੀ ਤਰ੍ਹਾਂ ਐਕਸਪਲੇਨ ਕਰਨਾ, ਠੀਕ ਆ। ਤਾਂ ਚਲੋ ਆਪਾਂ ਸਟਾਰਟ ਕਰਦੇ ਹੈਗੇ ਹਾਂ। ਹੁਣ ਆਪਾਂ ਕੀ ਕਰਨਾ ਹੈਗਾ ਗਾ, ਰੀਫਰੇਜ਼ ਕਰਨੀ ਹੈ। ਤਾਂ ਰੀਫਰੇਜ਼ ਕੀ ਕਰ ਰਹੇ ਆ, ਇਟ ਇਜ਼ ਕੰਸੀਡਰਡ ਬਾਏ ਪੀਪਲ, ਠੀਕ ਆ। ਤਾਂ ਕੋਸ਼ਿਸ਼ ਕਰੋ ਜਦੋਂ ਵੀ ਤੁਸੀਂ ਇੰਟਰੋ ਸਟਾਰਟ ਕਰੋ, ਇਹ ਇੱਕ ਤੁੱਕਾ ਹੀ ਹੈਗਾ, ਠੀਕ ਆ। ਜਿੱਦਾਂ ਟਿਪਸ ਐਂਡ ਟ੍ਰਿਕਸ ਆ, ਕਿ ਟਿਪਸ ਇਹ ਹੈਗੀ ਆ ਕਿ ਜਦੋਂ ਤੁਸੀਂ ਵੀ ਇੰਟਰੋ ਸਟਾਰਟ ਕਰਦੇ ਆ ਟਾਸਕ 2 ਦੀ, ਤਾਂ ਟਰਾਈ ਕਰੋ ਕਿ ਤੁਸੀਂ ਇੱਕ ਕੰਪਲੈਕਸ ਐਂਡ ਤੁਸੀਂ ਕੀ ਕਰਨਾ ਹੈਗਾ, ਪੈਸਿਵ ਸਟਾਰਟਿੰਗ ਪੈਸਿਵ ਤੋਂ ਕਰੋ, ਠੀਕ ਆ। ਪੈਸਿਵ ਵੌਇਸ ਤੋਂ ਸਟਾਰਟਿੰਗ ਕਰ ਦਿਓ, ਲਾਈਕ ਇਟ ਇਜ਼ ਕੰਸੀਡਰਡ ਬਾਏ ਪੀਪਲ, ਠੀਕ ਆ। that wages is essential factor while choosing an occupation, ਠੀਕ ਆ। ਹੁਣ ਤੁਸੀਂ ਕੀ ਕਿਹਾ ਕਿ ਜਦੋਂ ਇੱਕ ਆਪਾਂ ਆਕੂਪੇਸ਼ਨ ਕੋਈ ਜਿਹੜਾ ਤੁਸੀਂ ਜੋਬ ਦੀ ਜਗ੍ਹਾ ਕੀ ਕਰਦਾ, ਆਕੂਪੇਸ਼ਨ ਕਰ ਦਿੱਤਾ, ਠੀਕ ਆ। ਸੈਲਰੀ ਦੀ ਜਗ੍ਹਾ 'ਤੇ ਤੁਸੀਂ ਵੇਜਸ ਕਰ ਦਿੱਤਾ, ਵਰਡ ਵੀ ਚੇਂਜ ਹੋ ਗਏ, ਠੀਕ ਆ। ਇੰਪੋਰਟੈਂਟ ਦੀ ਜਗ੍ਹਾ 'ਤੇ ਅਸੈਂਸ਼ੀਅਲ ਕਰ ਦਿੱਤਾ, ਠੀਕ ਆ। ਤਾਂ ਕੰਸੀਡਰੇਸ਼ਨ ਦੀ ਜਗ੍ਹਾ 'ਤੇ ਤੁਸੀਂ ਕਰ ਦਿੱਤਾ ਫੈਕਟਰ। ਤਾਂ ਆਪਾਂ ਕੀ ਕਰਤਾ, ਇਟ ਇਜ਼ ਕੰਸੀਡਰਡ ਬਾਈ ਪੀਪਲ ਦੈਟ ਵੇਜਿਸ ਇਜ਼ ਅਸੈਂਸ਼ੀਅਲ ਫੈਕਟਰ ਵਾਈਲ ਚੂਜ਼ਿੰਗ ਐਨ ਆਕੂਪੇਸ਼ਨ, ਠੀਕ ਆ। ਕਿ ਇਹ ਲੋਕਾਂ ਦੁਆਰਾ ਇਹ ਕੰਸੀਡਰ ਕੀਤਾ ਜਾਂਦਾ ਕਿ ਵੇਜਿਸ, ਸੈਲਰੀ ਜਿਹੜੀ ਜ਼ਿਆਦਾ ਇੰਪੋਰਟੈਂਟ ਹੈਗੀ। ਸੇਮ ਮੀਨਿੰਗ ਐਜ਼ ਜਿੱਦਾਂ ਸਟੇਟਮੈਂਟ ਦੇ ਵਿੱਚ ਪ੍ਰੋਵਾਈਡ ਕੀਤਾ ਗਿਆ ਸੀ ਉੱਦਾਂ ਹੀ ਆਪਣਾ ਜਿਹੜਾ ਰੀਫਰੇਜ਼ ਦਾ ਬਣਿਆ। ਉਦੋਂ ਬਾਅਦ ਕੀ ਆ, ਆਪਾਂ ਥੀਸਿਸ ਲਾਈਨ ਦੇਣ ਜਾ ਰਹੇ ਹੈਗੇ ਹਾਂ। ਥੀਸਿਸ ਲਾਈਨ 'ਚ ਕੀ ਲਿਖਿਆ ਆਪਾਂ, ਇਨ ਦਿਸ ਐਸੇ, ਠੀਕ ਆ। ਇਸ ਐਸੇ ਦੇ ਵਿੱਚ ਆਈ ਵਿਲ ਗਿਵ ਰੀਜ਼ਨ, ਠੀਕ ਆ, ਮੈਂ ਰੀਜ਼ਨ ਦਊਂਗਾ ਵਾਈ ਆਈ ਕੰਪਲੀਟਲੀ। ਜਿਹੜਾ ਵਾਈ ਹੁਣ ਤੁਸੀਂ ਇਹ ਵਾਲਾ ਸੈਂਟੈਂਸ ਐਡ ਕੀਤਾ, ਇਹ ਆਪਣੀ ਕੁਐਸਚਨ ਫਾਰਮ ਐਡ ਹੋਊਗੀ, ਲਾਈਕ ਵੇਰੀਏਸ਼ਨ, ਠੀਕ ਆ। ਵੇਰੀਏਸ਼ਨ ਆਪਣੀ ਮੇਨ ਨੀਡ ਹੈਗੀ ਹੈ ਟਾਸਕ 2 ਦੀ। ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹੁੰਦੇ ਹਾਂ ਸਟਰਕਚਰ ਦੀ, ਠੀਕ ਆ। ਅਤੇ 2 ਚੀਜ਼ਾਂ ਬਹੁਤ ਜ਼ਿਆਦਾ ਇੰਪੋਰਟੈਂਟ ਆ।
ਤੇ ਆਪਣੇ ਕੋਲ ਕੀ ਆ, ਤੁਸੀਂ ਕਹਿ ਰਹੇ ਤਾਂ ਕਿ ਇਨ ਦਿਸ ਐਸੇ ਆਈ ਵਿਲ ਗਿਵ ਰੀਜ਼ਨ, ਠੀਕ ਆ, ਮੈਂ ਰੀਜ਼ਨ ਦਊਂਗਾ ਵਾਈ ਆਈ ਕੰਪਲੀਟਲੀ ਡਿਸਐਗਰੀ, ਮੈਂ ਕੰਪਲੀਟਲੀ ਡਿਸਐਗਰੀ ਹਾਂ ਜਿਹੜਾ ਐਸੇ ਮਤਲਬ ਨੋਸ਼ਨ ਜੋ ਕਿਹਾ ਗਈ ਹੈ ਗੱਲ ਵਿਦ ਦਿਸ ਪੁਆਇੰਟ ਆਫ ਵਿਊ, ਠੀਕ ਆ, ਇਸ ਪੁਆਇੰਟ ਆਫ ਵਿਊ ਦੇ ਨਾਲ, ਬਿਕੋਜ਼ ਦੇਰ ਆਰ ਅਦਰ ਅਸਪੈਕਟ, ਕਿਉਂਕਿ ਹੋਰ ਵੀ ਜਿਹੜੇ ਅਸਪੈਕਟ ਹੈਗੇ ਵਿਚ ਆਰ ਇੰਪੋਰਟੈਂਟ ਫॉर ਜੋਬ ਸੈਟਿਸਫੈਕਸ਼ਨ, ਜੋਬ ਦੀ ਇੱਕ ਸੈਟਿਸਫੈਕਸ਼ਨ ਦੇ ਲਈ ਹੋਰ ਵੀ ਜਿਹੜੇ ਇੰਪੋਰਟੈਂਟ ਆਪਣੇ ਕੋਲ ਅਸਪੈਕਟ ਹੈਗੇ ਆ, ਠੀਕ ਆ। ਓਕੇ, ਹੁਣ ਆਪਣੇ ਕੋਲ ਕੀ ਹੈਗਾ ਗਾ, ਇਹ ਹੋ ਗਿਆ ਆਪਾਂ ਤੀਸਰੀ ਲਾਈਨ ਦੇ ਵਿੱਚ ਦੱਸਤਾ ਕਿ ਮੈਂ ਰੀਜ਼ਨ ਦੇਣੇ ਆ ਡਿਸਐਗਰੀ ਆ। ਹੁਣ ਦੇਖੋ ਤੁਹਾਡਾ ਮਤਲਬ ਐਗਜ਼ਾਮੀਨਰ ਨੇ ਸਟੇਟਮੈਂਟ ਇੰਟਰੋ ਪੜ੍ਹੀ, ਇੰਟਰੋ 'ਚ ਉਹਨੂੰ ਪਤਾ ਲੱਗ ਗਿਆ ਰੀਫਰੇਜ਼ ਤੁਸੀਂ ਸੈਂਟੈਂਸ ਟੂ ਸੈਂਟੈਂਸ ਕੀਤੀ ਆ, ਪੈਸਿਵ ਐਡ ਕਰ ਦਿੱਤਾ, ਕੁਐਸਚਨ ਫਾਰਮ ਐਡ ਕਰ ਦਿੱਤੀ। ਤੀਸਰੀ ਲਾਈਨ ਦੇ ਵਿੱਚ ਤੁਸੀਂ ਚੰਗੀ ਤਰ੍ਹਾਂ ਕਲੀਅਰ ਕਰਤਾ ਕਿ ਮੈਂ ਡਿਸਐਗਰੀ ਹਾਂ, ਡਿਸਐਗਰੀ ਹੋਣ ਦੇ ਕਰਕੇ ਮੈਂ ਰੀਜ਼ਨ ਵੀ ਦੱਸੂੰਗਾ ਵੀ ਕਿਉਂ ਡਿਸਐਗਰੀ ਹਾਂ, ਠੀਕ ਆ। ਇਹ ਹੋ ਗਈ ਤੁਹਾਡੀ ਤੀਸਰੀ ਲਾਈਨ। ਉਸ ਤੋਂ ਬਾਅਦ ਕੀ ਆਪਣੇ ਕੋਲੇ BP1, ਠੀਕ ਆ, BP1 ਦੇ ਵਿੱਚ ਬੇਸਿਕ ਲਾਈਨ, टास्क स्टेटमेंट, दैन अपनी होगी एलैबोरेशन, एक्सप्लेनेशन, ठीक है, एग्जाम्पल एंड रिजल्ट। ओके, आप पहले कनैक्टर, ठीक है, कनैक्टर भी तुसी जेह्ड़े यूज़ करिया करो टास्क 1 और टास्क 2 दे विच, क्योंकि ये कनैक्टिविटी लैके आउंदी ऐसे च एक इहदे ऐसे जिद्दां आपां लिखदे हां ते इन्ना वधिया जिहड़ा आपां नूं पता लग जांदा, एग्जामिनर भी जदों चैक करदा उहनूं पता चल जांदा कि इत्थे आ चीज़ लिखी, इत्थे आ लिखी, ठीक है। टू बिगिन विद, ठीक है, स्टार्ट करन लगे हैं, टू बिगिन विद ला सकते हैं, टू एम्बार्क ऑन ला सकते, इनू एक कनैक्टर कहते हैं, ठीक है, कॉमा यूज़ किया, पीपल हैव, ठीक है, तो आप क्या पीपल हैव वेरीअस कंसर्न वैन चूजिंग अ जॉब इंस्टैड ऑफ ओनली सैलरी, इनू की कहते हैं बेसिक लाइन, मतलब BP स्टार्ट करन लगी जी तुसीं कोई कॉमन जी लाइन पा देते हो उन्होंने बेसिक लाइन कहते हैं। तुसीं की क्या है पीपल जेडे वेरीअस कंसर्न आ वैन चूजिंग अ जॉब, जो जॉब करते हैं इंस्टैड ऑफ ओनली सैलरी, कली सैलरी वेखण की बजाय होर भी बहुत चीज़ां उन्होंने देखनियां चाहिदियां ने, ठीक आ। तो जिहड़ा अपने कोल इंस्टैड ऑफ आपां लगाया एक कंपलैक्स सेंटेंस है, ठीक आ, तो यदा मतलब हुंदा बजाय कि इससे, ठीक है। उस तो बाद फिर कनैक्टर यूज़ किया, जिन्ने तुसीं पॉइंट जानी कि 5 पॉइंट्स तुसीं ऐड करने BP दे विच है ना, तो तुहानूं 5 कनैक्टर चाहिए आ, 5 BP1 दे लई चाहिए आ, ते 5 ही तुहानूं चाहिए हैगे आ BP2 दे लई कनैक्टर्स, ठीक है। तो फर्स्टली पैशन फॉर अ प्रोफैशन, ठीक है, पैशन फॉर अ प्रोफैशन इज़ अ की कंसीडरेशन, तो की कंसीडरेशन मेन कंसीडरेशन किहड़ी हैगी आ पैशन, मतलब पैशन होना चाहिए बंदे नूं अपने काम दे नाल, ठीक है। उस तो बाद की आ हुण इहनूं आपां एलैबोरेट करांगे भी क्यों ये जरूरी है, टू एक्सप्लेन इट, ठीक है, एक्सप्लेन कर लई इट इज़ नैसेसरी टू मेक श्योर दैट, ये नैसेसरी आ ये श्योर करना कि वर्कर्स इंजॉय देयर ऑक्यूपेशन, ठीक है, वो जिहड़ा अपना काम हैगा उहनूं इंजॉय कर रहे हैं। इन ऑर्डर टू अपने को एक कंपलैक्स टाइप हैगी, जो आप नाल ही दसना होंगे भी ये चीज़ इस तरीके नाल करी दी हैगी उदों आप करना होंगे इन ऑर्डर टू, ठीक है। लाइक हुण आप एग्जाम्पल दिंदे कि गवर्नमेंट नूं चाहिदा हैगा कि वो जिहड़ा इलीगल हंटिंग ते जिहड़ा की रोक लगा देन तां जो जिहड़ी वाइल्ड लाइफ नूं बचाया जा सके, ठीक है। फिर तुसीं तां जो आप जिहड़ा कहना हुंदा तां जो इस आ रिजल्ट हो जाए, इसलिए आप इन ऑर्डर टू कहने, ठीक है। गवर्नमेंट शुड इंप्लीमेंट द रूल्स इन ऑर्डर टू सेव वाइल्ड लाइफ, ठीक है। तो अपने कोल की आ आप दसता कि इन ऑर्डर टू परफॉर्म बैटर इन इट, काहदे लई इन ऑर्डर टू परफॉर्म बैटर, तां जो बैटर परफॉर्म करने इसलिए उन्होंने इंजॉय करना जरूरी है, ठीक है। उस तो बाद की है फॉर एग्जाम्पल, एग्जाम्पल के लिए एक कनैक्टर यूज़ किया, कॉमा यूज़ किया, सर्वे पा सकते हैं, रीसेंट स्टडी पा सकते हैं। सर्वे के काफ़ी बच्चों ने इदा का होंगे कि मैम पास्ट पाना, मतलब कि जरूरी है कि पास्ट ही पाना, नहीं ईवन तुम प्रैजेंट भी पा सकते हैं। तो इदा जो कोई फ्यूचर प्रडिक्शन हैगी, कोई सर्वे के अकॉर्डिंग कोई फ्यूचर की प्रडिक्शन हुई है तो तुम वो भी पा सकते हैं, ठीक है। सर्वे वॉज कंडक्टड बाय बिजनेस डिपार्टमेंट द्वारा जो एक सर्वे कंडक्ट किया गया सीगा, अ सर्वे वॉज कंडक्टड, ये भी एक टिप आ, ठीक है। पैसिव बच्चे पाने भुल जाते हैं, इसलिए मैं पक्का जो रखा हुआ है कि जी अपनी एग्जाम्पल होगी वो पैसिव दे विच होगी, ठीक है। एग्जाम्पल पैसिव दे विच पा दिया करो तुसीं, इहदे नाल तुहानूं पक्का जो हैबिट जी बन जूगी कि मैं पैसिव ऐड करना ही है। डिपार्टमेंट फाउंड दैट इंटरस्ट इज़ मोर इंपॉर्टेंट टू इंप्रूव परफॉर्मेंस, ठीक है। परफॉर्मेंस जी अपनी हैगी आ उन्होंने की करना इंप्रूव करने की इंटरस्ट बहुत ज़्यादा इंपॉर्टेंट हैगा ऑफ एन एम्पलॉय एज कंपेयर टू अदर स्किल्स, एज कंपेयर टू एक कंपलैक्स सेंटेंस हैगा, ठीक है। जो कोई किसी चीज़ का कंपैरिजन करना हो उदों तुसीं एज कंपेयर टू लाने हैगे, ठीक है। मतलब कि होर स्किल्स के नालों ज़्यादा इंपॉर्टेंट की है इंटरस्ट, ठीक है। उस तो बाद की है हैंस तुसी रिजल्ट देता एन इंटरस्टिंग जॉब हैल्प्स पीपल टू ग्रो इन देयर फील्ड, तो एक इंटरस्टिंग जॉब मतलब जिन्होंं इंजॉय कर रहे उन्होंने पसंद की जॉब हैगी आ वो जी हैल्प करती है मतलब लोगों ग्रो होने लिए उस फील्ड के, ठीक है। हुण देखो BP1 की आप दसिया कि पैशन होना चाहिए, मतलब उन्होंने अपने काम के नाल पैशन होना चाहिए, इंजॉय करते होने चाहिए, ठीक है। होर स्किल्स नालों ये ज़्यादा इंपॉर्टेंट है, सर्वे ने भी जो प्रूव कर दिता हैगा, तो रिजल्ट की है कि वो हैल्प करती है इंटरस्टिंग जॉब ग्रो करने लिए, ठीक है। ये हो गया BP1। हुण आप चलते हैं BP2 लिए। देखो आप डिसएग्री होए हैं, आप ओवर मतलब कंक्लूजन तक आप की है डिसएग्री ही जाना है, ठीक है। एग्री नहीं होवांगे, हम डिसएग्री रहांगे, ठीक है। तो अपने को की आ हुण देखो
ਤੁਸੀਂ ਕਿ ਸ਼ਿਫਟਿੰਗ ਟੂਵਰਡਸ ਦ ਅਦਰ ਐਲੀਮੈਂਟ, ਠੀਕ ਆ, ਤੁਸੀਂ ਇੱਕ ਹੋਰ ਮਤਲਬ ਕਿ ਕਹਿ ਰਹੇ ਹੋ ਕਿ ਸ਼ਿਫਟ ਕਰਨ ਜਾ ਰਹੇ ਇੱਕ ਹੋਰ ਐਲੀਮੈਂਟ ਦੈਟ ਨੀਡਸ ਟੂ ਬੀ ਕੰਸੀਡਰ ਵੈਨ ਇਟ ਕਮਸ ਟੂ ਟੇਕਿੰਗ ਔਨ ਅ ਨਿਊ ਜੋਬ। ਜਦੋਂ ਤੁਸੀਂ ਇੱਕ ਜੋਬ ਲੈਣ ਜਾਂਦੇ ਹੈਗੇ, ਬੇਸਿਕ ਲਾਈਨ ਐਡ ਕੀਤੀ ਹੈਗੀ ਹੈ, ਠੀਕ ਆ, ਕਿ ਉਹ ਜਿਹੜਾ ਐਲੀਮੈਂਟ ਕਿਹੜਾ ਹੈਗਾ ਜਿਹਨੂੰ ਤੁਸੀਂ ਦੇਖਣਾ ਜ਼ਰੂਰੀ ਹੈਗਾ, ਠੀਕ ਆ। ਉਸ ਤੋਂ ਬਾਅਦ ਕੀ ਆਪਾਂ ਲਾਤਾ ਸੈਕੰਡਲੀ, ਇਹ ਆਪਣਾ ਜਿਹੜਾ ਹੈਗਾ ਕਨੈਕਟਰ, ਮਤਲਬ ਸੈਕਿੰਡ ਪੁਆਇੰਟ ਦੇਣ ਜਾ ਰਹੇ ਹੈਗੇ ਆ। ਫਰੈਂਡਲੀ ਇਨਵਾਇਰਮੈਂਟ ਵਰਕ ਐਜ਼ ਅ ਮੈਜਿਕ ਟੂ ਇੰਪਰੂਵ ਵਰਕ ਕੰਡੀਸ਼ਨ, ਠੀਕ ਆ, ਜਿਹੜਾ ਮਤਲਬ ਕਿ ਇੱਕ ਫਰੈਂਡਲੀ ਇਨਵਾਇਰਮੈਂਟ, ਹੁਣ ਦੂਸਰਾ ਪੁਆਇੰਟ ਕੀ ਦੇ ਰਹੇ ਆ ਕਿ ਵਧੀਆ ਇਨਵਾਇਰਮੈਂਟ ਹੋਣਾ ਜ਼ਰੂਰੀ ਹੈ, ਠੀਕ ਹੈ। ਉਹ ਕਿੱਦਾਂ ਇਲੈਬੋਰੇਟ ਕਰਦੇ ਹੈਗੇ ਆ, ਠੀਕ ਹੈ। ਆਪਾਂ ਕੀ ਦੱਸਿਆ ਕਿ ਉਹ ਮੈਜਿਕ ਦੀ ਤਰ੍ਹਾਂ ਕੰਮ ਕਰਦਾ ਕਿ ਮਤਲਬ ਕੰਡੀਸ਼ਨਸ ਨੂੰ ਇੰਪਰੂਵ ਕਰਨ ਲਈ। ਟੂ ਇਲੈਬੋਰੇਟ ਇਟ, ਅ ਪਲੇਸ ਵੇਅਰ ਪੀਪਲ ਸਪੈਂਡ ਮੋਸਟ ਆਫ ਦੇਅਰ ਵਰਕਿੰਗ ਆਰਸ, ਠੀਕ ਆ, ਇੱਕ ਇੱਦਾਂ ਦੀ ਪਲੇਸ ਜਿੱਥੇ ਕਿ ਮਤਲਬ ਲੋਕ ਹੀ ਆਪਣਾ ਮੋਸਟ ਆਫ ਜਿਹੜੇ ਵਰਕਿੰਗ ਆਰਸ ਉੱਥੇ ਸਪੈਂਡ ਕਰਦੇ ਆ। ਐਵਰੀ ਡੇ ਸ਼ੁੱਡ ਬੀ ਐਨਰਜੈਟਿਕ ਐਂਡ ਸਪੋਰਟਿੰਗ, ਉਹ ਐਨਰਜੀ ਭਰਪੂਰ ਹੋਣੀ ਚਾਹੀਦੀ ਹੈਗੀ ਐਂਡ ਸਪੋਰਟਿੰਗ ਹੋਣੀ ਚਾਹੀਦੀ ਹੈ, ਠੀਕ ਆ। ਉਹ ਮਤਲਬ ਕਿ ਬੰਦੇ ਨੂੰ ਸਪੋਰਟ ਕਰਦੀ, ਉੱਥੇ ਬੋਰ ਨਹੀਂ ਫੀਲ ਕਰਦਾ, ਵਧੀਆ ਮਤਲਬ ਫੀਲ ਕਰਦਾ ਹੋਣਾ ਚਾਹੀਦਾ, ਤਾਂ ਹੀ ਉਹ ਜਿਹੜਾ ਵਧੀਆ ਕੰਮ ਕਰ ਪਾਊਗਾ ਨਾ। ਬਿਕੋਜ਼ ਅ ਫਰੈਂਡਲੀ ਇਨਵਾਇਰਮੈਂਟ ਵੁੱਡ ਬੀ ਬੈਨੀਫਿਸ਼ੀਅਲ ਫॉर ਵਰਕਰਸ, ਠੀਕ ਹੈ, ਜਿਹੜਾ ਵਰਕਰਸ ਲਈ ਬੈਨੀਫਿਸ਼ੀਅਲ ਹੋਏਗਾ, ਠੀਕ ਹੈ, ਜਿਹੜਾ ਫਰੈਂਡਲੀ ਇਨਵਾਇਰਮੈਂਟ ਆ। ਤਾਂ ਇਹ ਆਪਾਂ ਲੈਬੋਰੇਸ਼ਨ 'ਚ ਦੱਸਦਾ। ਹੁਣ ਆਪਾਂ ਕੀ ਕਰ ਰਹੇ ਹੈਗੇ, ਐਗਜ਼ਾਮਪਲ ਦੇ ਲਈ ਜਿਹੜਾ ਕਨੈਕਟਰ ਯੂਜ਼ ਕੀਤਾ ਸੀ, ਮਤਲਬ ਜਿਹੜੇ BP1 ਦੇ ਵਿੱਚ ਕਨੈਕਟਰ ਯੂਜ਼ ਕਰ ਲਏ, ਉਹ ਤੁਸੀਂ ਕੀ ਹੈ BP2 'ਚ ਨਹੀਂ ਕਰਨੇਗੇ, ਉਸ ਤੋਂ ਵੱਖਰੇ ਕਰਨੇ ਆ। ਫੋਰ ਇੰਸਟਾਂਸ, a recent study found that energetic environment has equal contribution as salary for employee, ਕਿ ਜਿਹੜਾ ਇੱਕ EMPLOYE ਹੈਗਾ, ਇੱਕ ਵਰਕਰ ਹੈਗਾ ਗਾ, ਦੇਖੋ ਆਪਾਂ ਚੇਂਜ ਕਰ ਰਹੇ ਹਾਂ ਜਗ੍ਹਾ ਜਗ੍ਹਾ 'ਤੇ, ਜਿੱਦਾਂ ਵਰਕਰ ਆਪਣੇ ਕੋਲ ਕਿੰਨੀ ਵਾਰੀ ਯੂਜ਼ ਕਰ ਲਿਆ, ਆਪਾਂ ਵਰਕਰ ਕਰ ਰਹੇ ਹੈਗੇ, EMPLOYE ਕਰ ਰਹੇ ਹਾਂ, ਪੀਪਲ ਕਰ ਰਹੇ ਹਾਂ, ਠੀਕ ਹੈ। ਅਤੇ ਇਹਦੇ ਨਾਲ ਜਿਹੜਾ ਆਪਣਾ ਵਕੈਬ ਦਾ ਪਾਰਟ ਕਵਰ ਹੋ ਰਿਹਾ ਹੈਗਾ। ਤਾਂ ਆਪਾਂ ਕੀ ਕਹਿੰਦੇ ਕਿ ਜਿਹੜੀ ਰੀਸੈਂਟ ਸਟੱਡੀ ਹੈਗੀ ਆ, ਉਹ 'ਚ ਕੀ ਹੁੰਦਾ ਗਾ ਕਿ ਇਨਵਾਇਰਮੈਂਟ ਜਿਹੜਾ ਇਕੁਅਲ ਕੰਟਰੀਬਿਊਸ਼ਨ, ਉਨਾ ਹੀ ਯੋਗਦਾਨ ਇਨਵਾਇਰਮੈਂਟ ਦਾ ਜਿੰਨਾ ਕਿ ਸੈਲਰੀ ਦਾ ਇੱਕ EMPLOYE ਦੇ ਲਈ। ਕਿਉਂਕਿ ਦੇਖੋ ਜੇ ਇੱਕ ਵਧੀਆ ਇਨਵਾਇਰਮੈਂਟ, ਜੋ ਬੋਰ ਹੀ ਫੀਲ ਕਰਦੇ ਰਹੇ ਤਾਂ ਕੰਮ ਨਹੀਂ ਕਰ ਪਾਏਗਾ, ਹੈ ਨਾ। ਜੇ ਇਨਵਾਇਰਮੈਂਟ ਬਹੁਤ ਵਧੀਆ ਹੋਊਗਾ ਅਤੇ ਉਹ ਫਿਰ ਕੀ ਹੋਊਗਾ, ਵਧੀਆ ਜਾਣੀ ਕਿ ਕੰਮ ਕਰ ਸਕਦਾ, ਠੀਕ ਹੈ। ਤਾਂ ਹੁਣ ਆਪਾਂ ਕੀ ਆ ਐਜ਼ ਅ ਰਿਜ਼ਲਟ, ਠੀਕ ਆ, ਪਹਿਲਾਂ ਹੈਂਸ ਲਗਾਇਆ ਸੀ BP1 ਦੇ ਵਿੱਚ ਰਿਜ਼ਲਟ ਦੇ ਲਈ, ਹੁਣ ਐਜ਼ ਅ ਰਿਜ਼ਲਟ ਇਟ ਇਜ਼ ਕਲੀਅਰ ਦੈਟ, ਇਹ ਕਲੀਅਰ ਹੈਗਾ ਕਿ ਗੁੱਡ ਪਲੇਸ ਆਫ ਵਰਕ ਇਜ਼ ਇੰਪੋਰਟੈਂਟ ਫॉर ਡੂਇੰਗ ਜੋਬ ਇੰਸਟੈਡ ਆਫ ਓਨਲੀ ਗੁੱਡ ਪੈਕੇਜ, ਠੀਕ ਆ, ਅਤੇ ਇੰਸਟੈਡ ਆਫ ਕੰਪਲੈਕਸ ਸੈਂਟੈਂਸ ਆ। ਤਾਂ ਆਪਾਂ ਕੀ ਦੱਸਦਾ ਕਿ ਜਿਹੜਾ ਗੁੱਡ ਪੈਕੇਜ, ਦੇਖੋ ਸੈਲਰੀ, ਵੇਜਸ, ਠੀਕ ਆ, ਹੈ ਨਾ, ਪੇ, ਆਪਾਂ ਕਿੰਨੇ ਵਰਡਸ ਜਿਹੜੇ ਵਕੈਬ ਦਾ ਪਾਰਟ ਕਵਰ ਲਈ ਯੂਜ਼ ਕਰ ਰਹੇ ਹੈਗੇ ਆ। ਤਾਂ ਓਨਲੀ ਗੁੱਡ ਪੈਕੇਜ, ਹੁਣ ਆਪਾਂ ਪੈਕੇਜ ਲਾ ਦਿੱਤਾ ਹੈਗਾ, ਠੀਕ ਹੈ, ਕਿ ਇਕੱਲੀ ਪੈਕੇਜ, ਗੁੱਡ ਪੈਕੇਜ ਹੀ ਨਹੀਂ ਵਧੀਆ ਹੈਗਾ, ਸਗੋਂ ਕਿ ਜਿਹੜਾ ਆਪਣੇ ਕੋਲ ਇਨਵਾਇਰਮੈਂਟ ਵੀ ਹੈਗਾ ਉਹ ਵੀ ਵਧੀਆ ਹੋਣਾ ਚਾਹੀਦਾ, ਠੀਕ ਹੈ। ਉਸ ਤੋਂ ਬਾਅਦ ਕੀ ਆ, ਹੁਣ ਦੇਖੋ 2 ਪੁਆਇੰਟ ਸੀ, ਦੋਨੋਂ ਦੱਸ ਦਿੱਤੇ ਆਪਾਂ ਕਿਹੜਾ ਕਿਹੜਾ। ਫਸਟ ਦੇ ਵਿੱਚ ਦੱਸਦਾ ਕਿ ਮਤਲਬ ਪੈਸ਼ਨ ਹੋਣਾ ਚਾਹੀਦਾ, ਇੰਟਰਸਟ ਹੋਣਾ ਚਾਹੀਦਾ ਜੋਬ 'ਚ। ਦੂਸਰਾ ਕੀ ਦੱਸਦਾ ਕਿ ਇਨਵਾਇਰਮੈਂਟ ਵਧੀਆ ਹੋਣਾ ਚਾਹੀਦਾ ਜਿੱਥੇ ਆਪਾਂ ਕੰਮ ਕਰਦੇ ਹਾਂ, ਠੀਕ ਹੈ। ਉਸ ਤੋਂ ਬਾਅਦ ਕੀ ਆ, ਕਨਕਲੂਜਨ ਦੇ ਵਿੱਚ ਕਰਨ ਲੱਗੇ ਹੈਗੇ ਆ। ਟੂ ਕਨਕਲੂਡ ਇਟ, ਆਲਦੋ ਸੈਲਰੀ, ਆਲਦੋ ਐਂਡ ਯੈਟ ਜਿਹੜਾ ਹੈਗਾ, ਇਹ ਆਪਣੇ ਕੋਲ ਕੰਪਲੈਕਸ ਸੈਂਟੈਂਸ ਹੈਗਾ। ਆਲਦੋ ਦੇ ਨਾਲ ਯੈਟ ਲੱਗਦਾ ਹੁੰਦਾ, ਕੌਮਾ ਵੀ ਲੱਗਦਾ ਹੁੰਦਾ ਗਾ, ਅਤੇ ਬਟ ਨਹੀਂ ਲੱਗਦਾ, ਠੀਕ ਹੈ। ਆਲਦੋ ਸੈਲਰੀ ਇਜ਼ ਮੋਸਟ ਇੰਪੋਰਟੈਂਟ, ਠੀਕ ਹੈ, ਭਾਵੇਂ ਜਿਹੜੀ ਸੈਲਰੀ ਆ ਉਹ ਕਾਫੀ ਇੰਪੋਰਟੈਂਟ ਆ, ਇੰਪੋਰਟੈਂਟ ਫੈਕਟਰ ਆਫ ਐਵਰੀ ਵਰਕ, ਠੀਕ ਆ, ਹਰੇਕ ਕੰਮ ਦੇ ਲਈ ਜਿਹੜਾ ਕਿ ਇੱਕ ਮਤਲਬ ਇੰਪੋਰਟੈਂਟ ਫੈਕਟਰ, ਆਪਾਂ ਇਸ ਚੀਜ਼ ਨੂੰ ਵੀ ਨੈਗਲੈਕਟ ਨਹੀਂ ਕਰ ਸਕਦੇ ਹੈਗੇ, ਕਿਉਂਕਿ ਜਦੋਂ ਵੀ ਆਪਾਂ ਕਿਤੇ ਜਾਂਦੇ ਸੈਲਰੀ ਵੱਲ ਦੇਖਦੇ ਹੈਗੇ ਆ। ਬਟ ਠੀਕ ਆ, ਪਰ ਕਿਉਂਕਿ ਆਪਾਂ ਡਿਸਐਗਰੀ ਕੀਤਾ ਹੈਗਾ ਸਟੇਟਮੈਂਟ ਦੇ ਨਾਲ, ਆਪਾਂ ਹੋਰ ਵੀ ਰੀਜ਼ਨ ਦੱਸੇ ਹੈਗੇ ਆ, ਠੀਕ ਹੈ। ਯੈਟ ਦੇਅਰ ਆਰ ਨਿਊਮਰਸ ਐਸਪੈਕਟ, ਪਰ ਹੋਰ ਵੀ ਜਿਹੜੇ ਕਈ ਐਸਪੈਕਟ ਹੈਗੇ ਵਿਚ ਆਰ ਇੰਪੋਰਟੈਂਟ ਫॉर ਜੋਬ ਸੈਟਿਸਫੈਕਸ਼ਨ, ਜਿਹੜੇ ਕਿ ਜੋਬ ਸੈਟਿਸਫੈਕਸ਼ਨ ਲਈ ਇੰਪੋਰਟੈਂਟ ਆ। ਐਜ਼ ਮੈਂਸ਼ਨ ਇਨ ਦਾ ਐਸੇ, ਜਿੱਦਾਂ ਕਿ ਐਸੇ ਦੇ ਵਿੱਚ ਮੈਂਸ਼ਨ ਕਰ ਦਿੱਤਾ, ਕਿਉਂਕਿ ਤੁਸੀਂ BP1 ਐਂਡ BP2 ਦੇ ਵਿੱਚ ਮੈਂਸ਼ਨ ਕਰਕੇ ਆਏ, ਠੀਕ ਆ। ਤਾਂ ਐਜ਼ ਮੈਂਸ਼ਨ ਇਨ ਦਾ ਐਸੇ ਲਿਖਤਾ, ਮਤਲਬ ਕਿ BP1 BP2 'ਚ ਮੈਂ ਜਿਹੜੀ ਗੱਲ ਕੀਤੀ ਉਹੀ ਰੀਜ਼ਨ ਆ ਉਹ, ਠੀਕ ਹੈ। ਤਾਂ ਆਈ ਹੋਪ ਜਿਹੜੀ ਅੱਜ ਦੀ ਵੀਡੀਓ ਤੁਹਾਡੇ ਲਈ ਇਨਫੋਰਮੇਟਿਵ ਹੋਵੇਗੀ। ਥੈਂਕਸ ਫॉर ਵਾਚਿੰਗ।